वाहेगुरू जी का खालसा वाहेगुरू जी की फतेह। अज ਜਿਹੜਾ ਬੰਗਾਲ ਦੇ ਵਿੱਚ बीजेपी ਦੀ ਹਾਰ ਹੋਈ ਆ। ਲਗਭਗ 5 ਸਟੇਟਾਂ 'ਚ ਇਲੈਕਸ਼ਨ ਸੀ ਔਰ 5 ਸਟੇਟਾਂ ਦੇ ਵਿੱਚੋਂ 4 ਦੇ ਵਿੱਚ बीजेपी ਬੜੀ ਬੁਰੀ ਤਰ੍ਹਾਂ ਹਾਰੀ ਹੈ। ਸੋ ਇਹ ਅਸੀਂ ਸਮਝਦੇ ਹਾਂ ਕਿ ਜਿਹੜੇ ਕਿਸਾਨ ਅੰਦੋਲਨ ਦੀ ਜਿੱਤ ਹੋਈ ਹੈ, ਆਮ ਦੇਸ਼ ਦੇ ਵਰਗ ਦੇ ਸਾਰੇ ਲੋਕਾਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ, ਹਰ ਵਰਗ ਨੇ ਇਸ ਅੰਦੋਲਨ ਦੀ ਸਪੋਰਟ ਕੀਤੀ ਹੈ ਔਰ ਦੇਸ਼ ਦੇ ਅੰਨਦਾਤਾ ਨਾਲ ਖੜੇ ਹੋਏ ਨੇ। ਸਾਡਾ ਇਹ ਕੋਈ ਮਨਸ਼ਾ ਨਹੀਂ ਸੀ ਕਿ ਕਿਸੇ ਹੋਰ ਰਾਜਨੀਤਿਕ ਪਾਰਟੀ ਨੂੰ ਜਿਤਾਉਣਾ, ਪਰ ਸਾਡੀ ਇਹ ਮਨਸ਼ਾ ਸੀ ਕਿ ਬੀਜੇਪੀ ਜਿਹੜੀ ਸਰਕਾਰ ਕੇਂਦਰ ਦੀ ਆ ਉਹ ਇਹ ਦੇਸ਼ ਦੇ ਅੰਨਦਾਤਾ ਦੀ ਗੱਲ ਨਹੀਂ ਸੁਣ ਰਹੀ। ਇਸ ਕਰਕੇ ਦੇਸ਼ ਦਾ ਅੰਨਦਾਤਾ ਜਿਹੜਾ ਹੈ ਉਹ ਵੱਖ-ਵੱਖ ਸਟੇਟਾਂ 'ਚ ਗਿਆ, ਪ੍ਰਚਾਰ ਕੀਤਾ ਔਰ ਅੱਜ ਉਹਦੀ ਜਿੱਤ ਹੋਈ ਹੈ ਕਿ ਬੀਜੇਪੀ ਦੀ ਹਾਰ ਹੋਈ ਹੈ। ਬੀਜੇਪੀ ਨੂੰ ਹਰਾਉਣਾ ਇਹ ਜ਼ਰੂਰੀ ਸੀਗਾ ਕਿਉਂਕਿ ਜਿਹੜੀ ਤਾਨਾਸ਼ਾਹ ਸਰਕਾਰ ਹੈ 5 ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ ਅੰਦੋਲਨ 'ਚ ਹੈ, ਸੜਕ ਤੇ ਬੈਠਾ ਹੈ ਔਰ ਉਹਦੀ ਕੋਈ ਬਾਂਹ ਫੜ ਨਹੀਂ ਰਹੀ ਹੈ ਸਰਕਾਰ, ਉਹਦੀ ਕੋਈ ਸਾਰ ਨਹੀਂ ਲੈ ਰਹੀ। ਸੋ ਅੱਜ ਵੱਡੀ ਹਾਰ ਹੋਈ ਹੈ। ਜਿਹੜਾ ਅਮਿਤ ਸ਼ਾਹ ਕਹਿੰਦਾ ਸੀ ਕਿ 200 ਤੋਂ ਪਾਰ ਜਾਵਾਂਗੇ ਬੰਗਾਲ ਦੇ ਵਿੱਚ, ਅੱਜ ਉਹ ਜਿਹੜਾ ਬਿਲਕੁਲ ਬੁਰੀ ਤਰ੍ਹਾਂ ਹਾਰ ਹੋਈ ਉਹਨਾਂ ਦੇ ਕਹਿ ਦਿਓ ਮੂੰਹ ਤੇ ਕਰਾਰੀ ਚਪੇੜ ਪਈ ਹੈ ਇਹ। ਔਰ ਇਹ ਸਮਝਣਾ ਚਾਹੀਦਾ ਬੀਜੇਪੀ ਨੂੰ ਕਿ ਜੇ ਅੱਜ ਦੇਸ਼ ਦੇ ਅੰਨਦਾਤਾ ਦੀ ਨਹੀਂ ਸੁਣਦੇ ਤੇ ਇਹ ਪੂਰੇ ਭਾਰਤ ਦੇ ਵਿੱਚੋਂ ਬੀਜੇਪੀ ਦਾ ਪੂਰਨ ਸਫਾਇਆ ਕਰ ਦਿਆਂਗੇ। ਸੋ ਮੇਰੇ ਨਾਲ ਪ੍ਰਸਿੱਧ ਖਿਡਾਰੀ ਮਨਜਿੰਦਰ ਸਿੰਘ ਨੇ, ਇਹ ਬੋਲਣਗੇ ਕੁਝ ਸ਼ਬਦ, ਫਿਰ ਡੱਲੇਵਾਲ ਸਾਹਿਬ ਨੇ, ਸਿਰਸਾ ਸਾਹਿਬ ਨੇ, ਸਾਡਾ ਹਰਿਆਣੇ ਤੋਂ ਆਗੂ ਨੇ, ਨੌਜਵਾਨ ਕੁਹਾੜ ਸਾਹਿਬ ਨੇ। ਸੋ ਸਾਰੇ ਇਹ ਵੀਰ ਬੋਲਣਗੇ, ਸਾਡਾ ਨੇਕ ਬਾਬਾ ਹੈ ਨੌਜਵਾਨਾਂ ਦਾ ਆਗੂ, ਇਹ ਸਾਰੇ ਬੋਲਣਗੇ। ਸੋ ਮੈਂ ਬੇਨਤੀ ਕਰਾਂਗਾ ਹੁਣ ਸਾਡੇ ਵੀਰ ਮਨਜਿੰਦਰ ਨੂੰ ਕਰਾਂਗਾ। ਚਲੋ ਨੇਕ ਬਾਬਾ ਤੋਂ ਸ਼ੁਰੂ ਕਰ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਆਪਣੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਵੱਲੋਂ ਵਧਾਈ ਦਿੰਦਾ ਵਾਂ ਵੀ ਜੋ ਮੋਦੀ ਦੀ ਹਾਰ ਹੋਈ ਆ ਬਹੁਤ ਚੰਗਾ ਹੋਇਆ ਵਾ, ਕਿਉਂਕਿ ਮੋਦੀ ਸਾਹਿਬ ਨੇ ਆਪ ਘੱਟੋ ਘੱਟ 70 ਰੈਲੀਆਂ ਬੰਗਾਲ ਦੇ ਵਿੱਚ ਕੀਤੀਆਂ ਹੋਣੀਆਂ। 70 ਰੈਲੀਆਂ ਦਾ ਨਤੀਜਾ ਉਹਨੂੰ ਮਿਲ ਗਿਆ ਵੀ ਆਪਣੇ ਨਾਲ ਲੋਕ ਕਿਸਾਨਾਂ ਨਾਲ ਮੋਢਾ ਜੋੜ ਕੇ ਖੜੇ ਆ। 5 ਸੂਬਿਆਂ ਵਿੱਚੋਂ ਜੋ 4 ਸੂਬਿਆਂ ਵਿੱਚ ਹੋਰਨਾਂ ਪਾਰਟੀਆਂ ਦੀ ਜਿੱਤ ਹੋਈ ਆ। ਇਹਦੀ ਖੁਸ਼ੀ ਵਿੱਚ ਅਸੀਂ ਮੇਜਰ ਲੀਗ ਕਬੱਡੀ ਫੈਡਰੇਸ਼ਨ ਵੱਲੋਂ ਜਾਂ ਪੰਜਾਬ ਹਰਿਆਣਾ ਦੇ ਸਾਰੇ ਕਬੱਡੀ ਪਲੇਅਰ ਵੱਲੋਂ ਜਾਂ ਆਪਣੇ ਆਗੂ ਆਪਣੇ ਨਾਲ ਨੇ ਸਾਰੇ ਜੋ ਜਥੇਬੰਦੀਆਂ ਦੇ ਮੋਹਤਬਾਰ ਨੇ, ਆਪਾਂ ਇਸ ਖੁਸ਼ੀ ਵਿੱਚ ਮੋਦੀ ਦੀ ਹਾਰ ਵਿੱਚ ਨਹੀਂ ਕਿਸਾਨਾਂ ਦੀ ਜਿੱਤ ਵਿੱਚ ਆਪਾਂ ਲੱਡੂ ਵੰਡਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲੇਵਾਲ ਸਾਹਿਬ ਦੇਖੋ, ਅੱਜ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਮੋਰਚੇ ਦੇ ਅੰਦਰ ਬਣਿਆ ਹੋਇਆ ਹੈ। ਹਰ ਵਿਅਕਤੀ, ਚਾਹੇ ਉਹ ਸਾਡੀਆਂ ਬੀਬੀਆਂ ਬੈਠੀਆਂ ਨੇ ਮੋਰਚੇ 'ਚ, ਚਾਹੇ ਸਾਡੇ ਬਜ਼ੁਰਗ ਬੈਠੇ ਨੇ, ਚਾਹੇ ਸਾਡੇ ਨੌਜਵਾਨ ਬੈਠੇ ਨੇ, ਚਾਹੇ ਸਾਡੇ ਇੱਕ ਵੱਖਰੀ ਕਿਸਮ ਦੇ ਨੌਜਵਾਨ ਪਲੇਅਰ ਬੈਠੇ ਨੇ, ਹਰ ਇੱਕ ਦੇ ਅੰਦਰ ਇੱਕ ਚਾਅ ਹੈ। ਚਾਅ ਕਿਸ ਗੱਲ ਦਾ ਕਿ ਅਸੀਂ ਮੋਰਚੇ ਦੀ ਇੱਕ ਜਿੱਤ ਜਿੱਤੀ ਹੈ, ਮੋਰਚੇ ਨੇ ਸਾਡੇ ਨੇ ਇੱਕ ਜਿੱਤ ਜਿੱਤੀ ਹੈ। ਇਸ ਖੁਸ਼ੀ ਨੂੰ ਜ਼ਾਹਰ ਕਰਨ ਲਈ ਆਰ ਕੀਤਾ ਹੈ ਮੁੰਡਿਆਂ ਨੇ ਕਿ ਇੱਥੇ ਲੱਡੂ ਵੰਡਣ ਦਾ ਪ੍ਰੋਗਰਾਮ ਬਣਾਇਆ ਜਿਹੜਾ ਤੁਹਾਡੇ ਸਾਹਮਣੇ ਹੈ। ਪਰ ਮੈਂ ਇੱਕ ਗੱਲ ਇਹ ਕਹਾਂ ਕਿ ਸਰਕਾਰ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਹਿਟਲਰ ਸ਼ਾਹੀ ਰਵੱਈਆ ਅਖਤਿਆਰ ਕਰਕੇ ਚੱਲ ਰਹੀ ਸੀ ਨਾ, ਇਹ ਉਹਦੀ ਹਾਰ ਹੈ, ਉਹ ਸੋਚ ਦੀ ਹਾਰ ਹੈ। ਔਰ ਲੋਕਾਂ ਦੀ ਆਵਾਜ਼, ਇਹ ਅੰਦੋਲਨ ਹੈ ਜਿਹੜਾ, ਜਿਹਨੂੰ ਕਦੇ ਸਰਕਾਰ ਕਹਿੰਦੀ ਸੀ ਨਾ ਮੁੱਠੀ ਭਰ ਲੋਕ ਨੇ, ਇਹ ਤਾਂ ਜੀ ਇਕੱਲੇ ਪੰਜਾਬ ਦੇ ਨੇ, ਇਕੱਲੇ ਹਰਿਆਣੇ ਦੇ ਨੇ, ਅੱਜ ਸਿੱਧ ਕਰਤਾ ਇਸ ਮੋਰਚੇ ਦੀ ਇੱਥੋਂ ਦੀ ਆਵਾਜ਼ ਨੇ। ਔਰ ਕੇਰਲ ਤੱਕ ਇਹਨਾਂ ਨੂੰ ਮੂੰਹ ਦੀ ਖਾਣੀ ਪਈ, ਇਹਨਾਂ ਦੀ ਗੋਡੀ ਲਵਾਈ ਹੈ, ਇਸ ਅੰਦੋਲਨ ਨੇ ਲਵਾਈ ਹੈ। ਔਰ ਇਸ ਅੰਦੋਲਨ ਦੀ ਆਵਾਜ਼ ਨੂੰ ਜਿਸ ਤਰ੍ਹਾਂ ਲੋਕਾਂ ਨੇ ਸਵੀਕਾਰਿਆ ਹੈ, ਅਸੀਂ ਪੂਰੇ ਦੇਸ਼ ਦੇ ਲੋਕਾਂ ਦਾ, ਦੇਸ਼ ਦੇ ਵੋਟਰਾਂ ਦਾ, 5 ਸਟੇਟਾਂ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਨਾ ਪਾ ਕੇ ਇਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ, ਉਹਨਾਂ ਸਭ ਦਾ ਤਹਿ ਦਿਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਧੰਨਵਾਦ ਕਰਦੇ ਹਾਂ। ਔਰ ਸਰਕਾਰ ਨੂੰ ਅੱਗੇ ਅਸੀਂ ਚੇਤਾਵਨੀ ਵੀ ਦਿੰਦੇ ਹਾਂ ਕਿ ਅਜੇ ਸਮਾਂ ਸਰਕਾਰ ਕੋਲੇ ਸਮਝ ਜਾਏ ਸਰਕਾਰ, ਨਹੀਂ ਤਾਂ ਜਿੰਨਾ ਲੰਬਾ ਮੋਰਚਾ ਚੱਲੇਗਾ, ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਬੀਜੇਪੀ ਦਾ ਗ੍ਰਾਫ, ਬੀਜੇਪੀ ਤੇ ਸੋਚ ਰਹੀ ਹੈ ਨਾ ਕਿ ਅੰਦੋਲਨ ਲੰਬਾ ਖਿੱਚ ਲਾਂਗੇ, ਸ਼ਾਇਦ ਇੰਨੀਆਂ ਸਾਰੀਆਂ ਜਥੇਬੰਦੀਆਂ ਰਲੀਆਂ ਲੜ ਲੁੜ ਪੈਣਗੇ, ਨਿਖਰ ਜਾਣਗੇ। ਇਹ ਗੱਲ ਭੁੱਲ ਜੇ ਬੀਜੇਪੀ। ਸਾਡੇ ਅੰਦਰ ਜਿੰਨੀ ਤਿੱਖੀ ਬਹਿਸ ਹੁੰਦੀ ਹੈ ਉਹ ਇਸ ਲਈ ਨਹੀਂ ਹੁੰਦੀ ਕਿ ਅਸੀਂ ਇੱਕ ਦੂਜੇ ਦੇ ਦੁਸ਼ਮਣ ਹੈ, ਉਹ ਇਸ ਲਈ ਹੁੰਦੀ ਹੈ ਕਿ ਅਸੀਂ ਅਗਲਾ ਪ੍ਰੋਗਰਾਮ, ਅਗਲਾ ਐਕਸ਼ਨ, ਅਗਲੀ ਵਿਚਾਰ ਕਿੰਨੀ ਸੋਲਿਡ ਢੰਗ ਨਾਲ ਅੱਗੇ ਲੈ ਕੇ ਜਾਣੀ ਹੈ, ਉਹਦੇ ਤੇ ਬਹਿਸਾਂ ਹੁੰਦੀਆਂ ਸਾਡੀਆਂ। ਸੋ ਇਸ ਕਰਕੇ ਉਹਨਾਂ ਬਹਿਸਾਂ ਦਾ ਗਲਤ ਅੰਦਾਜ਼ਾ ਨਾ ਲਾਵੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਗਰ ਲੰਬਾ ਜਿੰਨਾ ਲੈ ਕੇ ਜਾਏਗੀ ਇਹ ਸਾਰ ਥੱਲੇ ਕੇ ਅੰਦੋਲਨ बिखर जाएगा तो बीजेपी समझे कि जिस तरह गिराफ डाउन गया है
ਹੌਲੀ ਹੌਲੀ ਪੂਰੇ ਭਾਰਤ ਦੇ ਵਿੱਚੋਂ ਜ਼ੀਰੋ ਕਰ ਦਿਆਂਗੇ ਬੀਜੇਪੀ ਨੂੰ। ਇਹ ਜਿੰਨਾ ਮਰਜ਼ੀ ਹੁਣ ਬੀਜੇਪੀ ਦੇ ਹੱਥ 'ਚ ਹੈ, ਅੰਦੋਲਨ ਨੂੰ ਲੰਬਾ ਲਿਜਾਣਾ ਹੈ ਉਹਨਾਂ ਦੇ ਹੱਥ 'ਚ ਹੈ। ਅਗਰ ਕਿਤੇ ਇੱਥੇ ਹੀ ਇਹਨੂੰ ਵਿਰਾਮ ਦੇ ਕੇ ਸਮਾਪਤ ਕਰਨਾ ਚਾਹੁੰਦੀ ਹੈ ਤਾਂ ਇੱਕੋ ਹੀ ਹੱਲ ਰਸਤਾ ਹੈ ਕਿ ਕਿਸਾਨਾਂ ਦੇ ਕਾਲੇ ਕਾਨੂੰਨ ਜਿਹੜੇ ਥੋਪੇ ਗਏ ਨੇ ਉਹ ਵਾਪਸ ਲਵੇ, ਉਹ MSP ਦੀ ਗਰੰਟੀ ਦਾ ਕਾਨੂੰਨ ਬਣਾਵੇ ਤਾਂ ਕਿ ਲੋਕ ਆਪੋ ਆਪਣੇ ਘਰਾਂ ਨੂੰ ਜਾਣ। ਔਰ ਆਹ ਜਿਹੜੀ ਖੁਸ਼ੀ ਹੈ, ਮੈਂ ਦੇਖ ਕੇ ਨੌਜਵਾਨਾਂ ਦਾ ਉਤਸ਼ਾਹ, ਮਨ ਨੂੰ ਤਸੱਲੀ ਹੁੰਦੀ ਹੈ ਕਿ ਸਾਡੇ ਨੌਜਵਾਨ ਕਿੰਨੀ ਭਾਵਨਾ ਲਈ ਬੈਠੇ ਸੀ ਇੱਥੇ, ਕਿੰਨੀ ਵੱਡੀ ਭਾਵਨਾ ਥਾਂ ਥਾਂ ਦੇ ਉੱਤੇ। ਪਿੱਛੇ ਮੈਨੂੰ ਪਤਾ ਲੱਗਿਆ ਹੈ ਕਿ ਹਰਿਆਣੇ ਦੇ ਨੌਜਵਾਨਾਂ ਨੇ ਵੀ ਉਪਰਾਲਾ ਕੀਤਾ ਹੋਇਆ ਕਿ ਅਸੀਂ ਵੀ ਲੱਡੂ ਵੰਡਣੇ ਨੇ ਇੱਥੇ ਮੋਰਚੇ ਦੇ ਵਿੱਚ। ਇਹਦਾ ਮਤਲਬ ਲੋਕ ਆਪਣੇ ਆਪ ਜੇ ਲੱਡੂ ਵੰਡ ਰਹੇ ਨੇ ਤਾਂ ਲੋਕ ਇਸ ਮੋਰਚੇ ਦੇ ਨਾਲ ਕਿੰਨਾ ਮਾਨਸਿਕ ਤੌਰ ਤੇ ਜੁੜ ਚੁੱਕੇ ਨੇ। ਔਰ ਪੂਰੇ ਦੇਸ਼ ਦੇ ਅੰਦਰ ਅੱਜ ਇਹ ਖੁਸ਼ੀ ਦਾ ਮਾਹੌਲ ਹੈ, ਜਿਹੜਾ ਖੁਸ਼ੀਆਂ ਮਨਾਈਆਂ ਜਾ ਰਹੀਆਂ। ਇਸ ਲਈ ਪੂਰੇ ਦੇਸ਼ ਨੂੰ ਅਸੀਂ ਵਧਾਈ ਦੇਵਾਂਗੇ ਔਰ ਇਸ ਮੋਰਚੇ ਦੀ ਫਤਿਹ ਹੈ, ਇਹ ਫਤਿਹ ਰਹੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਜਿੱਤ ਕੇ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਕਿ 5 ਸੂਬਿਆਂ ਦੇ ਵਿੱਚ ਇਲੈਕਸ਼ਨ ਹੋਣ ਤੋਂ ਬਾਅਦ ਗਿਣਤੀ ਸ਼ੁਰੂ ਹੋਈ ਤਾਂ ਉਸ ਟਾਈਮ ਤੇ ਜਦੋਂ ਨਤੀਜਿਆਂ ਦਾ ਰੁਝਾਨ ਆਉਣਾ ਸ਼ੁਰੂ ਹੋਇਆ ਤਾਂ ਉਸੇ ਟਾਈਮ ਤੇ ਹੀ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਬੀਜੇਪੀ ਜਿਹੜੀ ਆ ਉਹ ਹਾਰ ਰਹੀ। ਔਰ 5 ਸੂਬਿਆਂ ਵਿੱਚੋਂ 4 ਸੂਬਿਆਂ ਤੋਂ ਬੀਜੇਪੀ ਦੀ ਹਾਰ ਇਹ ਦਰਸਾਉਂਦੀ ਹੈ ਕਿ ਜੋ ਸੰਯੁਕਤ ਮੋਰਚੇ ਵੱਲੋਂ ਦਿੱਲੀ ਦੇ 4 ਸਵੇਰੇ ਧਰਨੇ ਲਾਏ ਅਤੇ ਇੱਥੋਂ ਹੀ ਚੱਲ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਸੰਯੁਕਤ ਮੋਰਚੇ ਦੇ ਆਗੂਆਂ ਵੱਲੋਂ ਜੋ ਕਿ ਇਲੈਕਸ਼ਨਾਂ ਜਿੱਥੇ ਹੋ ਰਹੀਆਂ ਸੀ ਉੱਥੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਇਆ ਕਿ ਇਹ ਬੀਜੇਪੀ ਸਰਕਾਰ, ਮੋਦੀ ਸਰਕਾਰ ਜੋ ਕਿ ਇਹ ਕਾਲੇ ਕਾਨੂੰਨ ਲਿਆਈ ਆ ਕਿਸਾਨਾਂ ਦੇ ਵਿਰੋਧੀ, ਇਹ ਬਹੁਤ ਹੀ ਘਾਤਕ ਹਨ ਦੇਸ਼ ਦੇ ਲੋਕਾਂ ਵਾਸਤੇ, ਜਿਸ ਕਰਕੇ ਇਸ ਪਾਰਟੀ ਨੂੰ ਹਰਾਉਣਾ ਜ਼ਰੂਰੀ ਹੈ। ਔਰ ਮੈਂ ਸਮਝਦਾ ਹਾਂ ਕਿ ਇਹ ਬਹੁਤ ਵੱਡਾ 4 ਸੂਬਿਆਂ ਚੋਂ ਜਿੱਥੋਂ ਅੱਜ ਬੀਜੇਪੀ ਆ ਰਹੀ ਆ ਉਹਨਾਂ ਲੋਕਾਂ ਨੇ ਮੋਦੀ ਦੇ ਮੂੰਹ ਦੇ ਉੱਤੇ ਇੱਕ ਤਮਾਚਾ ਮਾਰਿਆ। ਔਰ ਮੋਦੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ, ਜਿਹੜੀਆਂ ਮੰਗਾਂ ਨੂੰ ਲੈ ਕੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣੇ ਤੇ MSP ਕਾਨੂੰਨ ਦੇ ਤਹਿਤ ਪੂਰੇ ਭਾਰਤ 'ਚ ਲਾਗੂ ਕਰਾਉਣੀ, ਇਹਨਾਂ ਮੰਗਾਂ ਜੇ ਨਾ ਮੰਨੀਆਂ, ਜਿੰਨਾ ਸੰਘਰਸ਼ ਲੰਬਾ ਚੱਲੇਗਾ ਉਹਨਾਂ ਹੀ ਮੋਦੀ ਦੀਆਂ ਜਿਹੜੀਆਂ ਨੇ ਇਹ ਡੂੰਘੀਆਂ ਕਬਰਾਂ ਪੁੱਟੀਆਂ ਜਾਣਗੀਆਂ। ਅੱਜ ਜਿਸ ਤਰ੍ਹਾਂ ਬੀਜੇਪੀ ਦੇ ਘਰ ਵਿੱਚ ਅੱਜ ਉਹਨਾਂ ਦੇ ਘਰਾਂ 'ਚ ਮਾਤਮ ਛਾਇਆ ਹੋਇਆ, ਪਰ ਦੂਸਰੇ ਪਾਸੇ ਜਿਹੜੇ ਕਿਸਾਨ ਹਤੈਸ਼ੀ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਉਹਨਾਂ ਲੋਕਾਂ ਦੇ ਮਨਾਂ 'ਚ ਕਿੰਨੀਆਂ ਖੁਸ਼ੀਆਂ ਨੇ, ਉਹਦਾ ਅੰਦਾਜ਼ਾ ਤੁਸੀਂ ਇਹਨਾਂ ਬੱਚਿਆਂ ਤੋਂ ਜਿਹੜੇ ਕਿ ਅੱਜ ਇੱਥੇ ਮੋਰਚਿਆਂ ਦੇ ਉੱਤੇ ਬੈਠੇ ਨੇ ਤੇ ਉਹ ਲੱਡੂ ਵੰਡ ਕੇ ਆਪਣੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ। ਇਸੇ ਤਰ੍ਹਾਂ ਸਾਨੂੰ ਅੱਜ ਸਵੇਰ ਤੋਂ ਲੈ ਕੇ ਬਾਹਰੋਂ ਵੀ ਫੋਨ ਆ ਰਹੇ ਨੇ, ਇੱਥੇ ਖਲੋਤਿਆਂ ਵੀ ਹੁਣ ਪ੍ਰੈਸ ਵਾਲਿਆਂ ਦੇ ਵੱਖ-ਵੱਖ ਥਾਵਾਂ ਤੋਂ ਫੋਨ ਆ ਰਹੇ ਨੇ। ਸੋ ਅੱਜ ਮੋਦੀ ਨੂੰ ਇਹ ਚੀਜ਼ ਜਿਹੜੀ ਆ ਉਹ ਦੇਖ ਲੈਣੀ ਚਾਹੀਦੀ ਆ ਤੇ ਕਿਸਾਨਾਂ ਦੇ ਨਾਲ ਬੈਠ ਕੇ ਗੱਲ ਕਰਕੇ ਇਹਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਤੇ ਇਹਨਾਂ ਨੂੰ ਘਰੋਂ ਘਰੀ ਭੇਜਣਾ ਚਾਹੀਦਾ, ਨਹੀਂ ਤਾਂ ਆਉਣ ਵਾਲਾ ਸਮਾਂ ਇਹਦੇ ਵਾਸਤੇ ਇਹਦੋਂ ਵੀ ਘਾਤਕ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜੀ ਅੱਜ ਮੋਦੀ ਦੀ ਵੈਸਟ ਬੰਗਾਲ ਤੋਂ ਤੇ 3 ਹੋਰ ਸਟੇਟਾਂ 'ਚੋਂ ਜਿਹੜੀ ਹਾਰ ਹੋਈ ਆ ਜੀ, ਇਹ ਹੋਣੀ ਵੀ ਚਾਹੀਦੀ ਸੀ। ਉਹ ਮੋਦੀ ਜਿਹੜਾ ਕਹਿ ਰਿਹਾ ਸੀਗਾ ਜੀ ਜਿਹੜੇ ਸੜਕਾਂ 'ਤੇ ਬੈਠੇ ਆ ਉਹ ਕਿਸਾਨ ਨਹੀਂ ਹੈਗੇ, ਜਿਹੜੇ ਕਿਸਾਨ ਨੇ ਉਹ ਸਾਡੇ ਨਾਲ ਹੈ। ਇਸ ਕਰਕੇ ਹੁਣ ਇਸ ਗੱਲ ਦਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਵਾਕਈ ਜਿਹੜੇ ਅਸਲੀ ਕਿਸਾਨ ਆ ਉਹਨਾਂ ਦੇ ਵਿੱਚ ਵੀ ਇਸ ਗੱਲ ਦਾ ਰੋਸ ਆ। ਤੇ ਹੁਣ ਉਹਨੂੰ ਚਾਹੀਦਾ ਜੀ ਜਿਹੜੇ ਆਪਣੇ ਉਹਦੇ ਕਾਨੂੰਨ ਤੇ ਆਰਡੀਨੈਂਸ ਹੈ ਉਹਨਾਂ ਨੂੰ ਵਿਡਰਾਅ ਕਰੇ, ਵਿਡਰਾਅ ਕਰਕੇ MSP ਦੇ ਕਾਨੂੰਨ ਬਣਾ ਕੇ ਜਿਹੜਾ ਆ ਵਿਹਲੇ ਕਰਕੇ ਘਰਾਂ ਨੂੰ ਭੇਜੇ ਜੀ। ਬਾਕੀ ਜਥੇਬੰਦੀਆਂ ਜਿਹੜੀਆਂ ਸਾਡੀਆਂ ਹੈਗੀਆਂ ਜੀ ਉਹਨਾਂ ਨੂੰ ਆਪਾਂ ਵਧਾਈ ਦੇਣਾ ਚਾਹੁੰਦੇ ਹਾਂ ਜੀ। ਉਹਨਾਂ ਨੇ ਸਾਰੀਆਂ ਸਟੇਟਾਂ 'ਚ ਜਾ ਕੇ ਬਹੁਤ ਜ਼ਿਆਦਾ ਮਿਹਨਤ ਕੀਤੀ, ਲੋਕਾਂ ਨੂੰ ਜਾਗਰੂਕ ਕੀਤਾ ਜੀ, ਤੇ ਮਿਹਨਤ ਜਿਹੜੀ ਆ ਉਹਨਾਂ ਦੀ ਹੁਣ 12 ਆਈ ਆ ਜੀ। ਇਸ ਗੱਲ ਦੀ ਸਾਨੂੰ बहुत खुशी है जी। देखिए, मैं सिर्फ एक बात कहना चाहता हूँ कि ये आज बहुत खुशी हो रही है कि जो पैगाम लेके हम गए थे बंगाल में वो हमारा जाना भी वहाँ पे सफल हुआ। 10 तारीख को हमारे बड़े भाई हैं संजीत राय जी और हम लोग जब कलकत्ता में एक बहुत बड़ी रैली हुई थी, वहाँ के सोशल एक्टिविस्टों ने की थी मिलजुल के, तो हमने वहाँ पे एक ही पैगाम दिया था और आज वो पैगाम सही साबित हुआ और लोगों ने उस पैगाम को समझा भी। वो ये है कि बंगाल के जो किसान हैं उन्होंने ये साबित कर दिया, उन्होंने ये संदेश दे दिया कि वो हिंदू, सिख, ईसाई, मुसलमान बाद में है, सबसे पहले वो देश के किसान हैं। बीजेपी ने अपना पूरा जोर लगा दिया था बंगाल इलेक्शन में कि बंगाल इलेक्शन हिंदू मुसलमान के मुद्दे पे लड़ा जाए, जबकि किसानों ने पूरा जोर लगा दिया था कि ये बंगाल इलेक्शन
किसानों के खेती किसानी के मुद्दे पर होना चाहिए। तो किसानों ने समझा और अपने किसान बन के किसानों के मुद्दे पर वोट डाला। तो आज ये एक नए भारत की शुरुआत हुई है, जहां पे देश के जवान, किसान, नौजवान जाति और धर्म में बट के नहीं बल्कि अपने मुद्दों के आधार पर वोट डालेंगे। ये एक बहुत बड़ी शुरुआत है। जय जवान जय किसान। पहले नारे कर लीजिए जी, नारे कर लीजिए। ਮੂੰਹ ਮਿੱਠਾ ਕਰਾਇਆ ਜਾ ਰਿਹਾ ਜੀ। ਪੰਜਾਬ ਵਾਲੇ ਹਰਿਆਣੇ ਵਾਲੇ ਨਾਲ ਕਰਾ ਰਿਹਾ ਜੀ ਮੂੰਹ ਮਿੱਠਾ। ਹੈਲੋ ਮੇਰੇ ਪਾਪੂ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ। ਆਹ ਸਾਡੇ ਪ੍ਰੈਸ ਵਾਲੇ ਵੀ ਨਾਲ ਜੀ, ਔਰ ਸਿਰਸਾ ਸਾਹਿਬ ਦਾ ਵੀ ਕਰਾਓ ਜੀ, ਆਹ ਕਬੱਡੀ ਵਾਲੇ ਮੁੰਡਿਆਂ ਦਾ ਵੀ ਕਰਾਓ ਜੀ। ਕਿੱਧਰ ਗਿਆ ਬਾਬਾ? ਚਲੋ ਪੱਤਰਕਾਰਾਂ ਨੂੰ ਆਹ ਲਓ ਜੀ, ਆਹ ਮੁੰਡੇ ਸਾਰੇ ਕਬੱਡੀ ਵਾਲੇ ਸੇਵਾ ਕਰਦੇ ਆ, ਇਹਨਾਂ ਦਾ ਮੂੰਹ ਮਿੱਠਾ ਕਰਾਓ ਸਾਰਿਆਂ ਦਾ। ਹੁਣ ਆ ਪ੍ਰੈਸ ਵਾਲੇ ਵੀਰਾਂ ਨੂੰ ਵੀ ਦਿਓ ਜੀ, उधर सारी ਆਹ माताएं ਦਿਓ ਪ੍ਰੈਸ ਵਾਲੇ ਵੀਰਾਂ ਨੂੰ ਦਿਓ। ਆਹ ਸਾਡੀਆਂ ਮਾਤਾਵਾਂ ਜੀ, ਮਾਤਾਵਾਂ ਨੂੰ ਦਿਓ ਜੀ ਲੱਡੂ। ਇੱਕ ਮਿੰਟ ਰੁਕੋ। ਇੱਥੇ ਸਾਰੇ ਹੀ ਕਿਸਾਨਾਂ ਦੇ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ। ਵੇਖੋ ਬਹੁਤ ਨਾਮੁਮਕਿਨ ਲੱਗਦਾ ਸੀਗਾ ਬੰਗਾਲ ਦੇ ਵਿੱਚ ਇਹ ਮਮਤਾ ਦਾ ਇਹ ਇਲੈਕਸ਼ਨ ਜਿੱਤਣਾ ਤੇ ਬੀਜੇਪੀ ਦਾ ਹਾਰਨਾ। ਅਮਿਤ ਸ਼ਾਹ ਜਿਹੜਾ ਚੈਲੰਜ ਕਰਦਾ ਸੀਗਾ ਕਿ ਜੇ 200 ਤੋਂ ਘੱਟ ਸੀਟਾਂ ਰਹੀਆਂ ਤਾਂ ਮੈਂ ਅਸਤੀਫਾ ਦੇ ਦਾਂਗਾ। ਹੁਣ ਅਸੀਂ ਉਹਨੂੰ ਇਹ ਵੀ ਕਵਾਂਗੇ ਵੀ ਤੁਹਾਡਾ ਅਸਤੀਫਾ ਕਿੱਥੇ ਹੈ। ਅਮਿਤ ਸ਼ਾਹ ਜਿਹੜਾ ਠੋਕ ਕੇ ਕਹਿੰਦਾ ਸੀ ਵੀ ਜੇ ਸਾਨੂੰ 200 ਤੋਂ ਘੱਟ ਸੀਟਾਂ ਜਿੱਤੇ ਤਾਂ ਅਸਤੀਫਾ ਦੇ ਦੂੰਗਾ। ਤਾਂ ਆਪਾਂ ਮੰਗ ਕਰਾਂਗੇ ਵੀ ਅਮਿਤ ਸ਼ਾਹ ਅਸਤੀਫਾ ਵੀ ਦੇਵੇ ਛੇਤੀ ਛੇਤੀ।